किसान जत्थेबंदियों की ओर से बनाए दिल्ली चलो मोर्चे के अंतर्गत भारतीय किसान यूनियन उगराहां की अगुवाई में खन्नौरी और डबवाली के रास्ते 2 लाख से ज्यादा किसान, मजदूर और महिलाओं के काफिले दिल्ली की तरफ कूच करेंगे। किसान भवन चंडीगढ़ में पत्रकारों से बातचीत करते हुए भारतीय किसान यूनियन उगराहां के पंजाब प्रधान जोगिंदर सिंह उगराहां ने बताया कि इन दोनों रास्तों के द्वारा दिल्ली की तरफ कूच करने के लिए सब तैयारियां मुकम्मल हो चुकी हैं और 15 जिलों के लगभग 1400 से ज्यादा गांवों से महिलाएं, किसान, मजदूर और नौजवान दिल्ली की तरफ रवाना होंगे और यदि सरकार ने उनको रोका तो वही मोर्चे शुरू कर दिए जाएंगे। 26-27 का प्रोग्राम है, ਉਹਦੇ ਸੰਬੰਧ 'ਚ ਅਸੀਂ ਸਾਥੀਓ ਦਿੱਲੀ ਨੂੰ 2 ਰਸਤਿਆਂ ਵਿੱਚ ਦੀ ਜਾ ਰਹੇ ਹਾਂ। ਇੱਕ ਰਸਤਾ ਹੈ ਖਨੌਰੀ ਵਾਲਾ ਬਾਇਆ ਖਨੌਰੀ, ਜਿਹਦੇ ਵਿੱਚ 5 ਜ਼ਿਲ੍ਹੇ ਜਾ ਰਹੇ ਨੇ: ਸੰਗਰੂਰ, ਪਟਿਆਲਾ, ਲੁਧਿਆਣਾ, ਬਰਨਾਲਾ ਤੇ ਮਾਨਸਾ। ਤੇ ਦੂਜਾ ਨਾਕਾ ਸਾਡਾ ਦੱਬ ਵਾਲੀ। ਬਾਕੀ 9 ਜ਼ਿਲ੍ਹੇ ਸਾਡੇ ਜਿਹਦੇ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ ਵਗੈਰਾ ਜਿੰਨੇ ਰਹਿੰਦੇ ਜ਼ਿਲ੍ਹੇ ਨੇ ਉਧਰ ਦੀ ਜਾ ਰਹੇ। ਦੋਨਾਂ ਨਾਕਿਆਂ ਦੇ ਵਿੱਚ ਦੀ ਸਾਡੀ ਆਪਦੀ ਅਸੈਸਮੈਂਟ ਹੈ ਕਿ 2 ਲੱਖ ਬੰਦਾ ਅਸੀਂ ਇਸ ਮੋਰਚੇ 'ਚ ਸ਼ਾਮਲ ਕਰਨਾ। ਸਿਰਫ ਤੁਹਾਡੀ ਯੂਨੀਅਨ? ਸਾਡੀ ਯੂਨੀਅਨ। ਜਾਣੀ ਅਸੀਂ ਲਗਭਗ ਇਹਦੇ 'ਚ 2 ਲੱਖ ਦੇ ਵਿੱਚ 26,000 ਔਰਤਾਂ ਦੀ ਸ਼ਮੂਲੀਅਤ ਦਾ ਸਾਡਾ ਟੀਚਾ ਹੈ। ਇੱਕ ਮੋਰਚੇ ਦਾ ਮੈਂ ਜਾਇਜ਼ਾ ਤੁਹਾਡੇ ਅੱਗੇ ਰੱਖਣ ਲੱਗਾ ਕਿ ਸਾਡੇ ਇੱਕ ਮੋਰਚੇ ਦੇ ਵਿੱਚ 960 ਵੱਡੀਆਂ ਬੱਸਾਂ ਖਨੌਰੀ ਵਾਲੇ ਮੋਰਚੇ 'ਚ ਤੇ 2400 ਟਰਾਲੀਆਂ, 20 ਪਾਣੀ ਦੀਆਂ ਟੈਂਕੀਆਂ ਤੇ ਲਗਭਗ 22-23 ਛੋਟੀਆਂ ਗੱਡੀਆਂ ਜਿਨ੍ਹਾਂ ਤੇ ਸਪੀਕਰ ਵੱਜੇ ਹੋਣਗੇ, ਉਹ ਇਸ ਮੋਰਚੇ 'ਚ ਵਹੀਕਲਾਂ ਰਾਹੀਂ ਸ਼ਾਮਲ ਹੋਣਗੇ। ਇਹ ਗਿਣਤੀ ਲਗਭਗ 1,15,000 ਦੇ ਲਗਭਗ ਬਣਦੀ ਹੈ ਇੱਕ ਨਾਕੇ ਦੀ, ਇੱਕ ਖਨੌਰੀ ਵਾਲੇ ਇਲਾਕੇ। ਤੇ ਦੂਜਾ ਮੋਰਚਾ ਜਿਹੜੇ 'ਚ ਸਾਡੇ 9 ਜ਼ਿਲ੍ਹੇ ਲੱਗੇ ਹੋਏ ਹੈ, ਉਹ ਮੋਰਚੇ ਦੇ ਵਿੱਚ ਗਿਣਤੀ ਇੰਨੀ ਨਹੀਂ ਹੋ ਸਕਣੀ, ਉਹ ਲੱਖ ਤੋਂ ਹੇਠਾਂ ਰਹੂਗੀ, ਲੱਖ ਦੇ ਨੇੜੇ ਤੱਕ ਪਹੁੰਚੂਗੀ, ਲੱਖ ਤੋਂ ਪਰ ਹੇਠਾਂ ਰਹੂ। ਇਹ ਤਿਆਰੀ ਸਾਡੀ ਜਾਨੀ ਕੱਲ੍ਹ ਤੋਂ ਸ਼ੁਰੂ ਹੋਈ ਹੈ। ਜਾਨੀ 23 ਤਰੀਕ ਨੂੰ ਅਸੀਂ 40 ਟਰਾਲੀਆਂ ਖਨੌਰੀ ਵਾਲੇ ਰਸਤੇ ਇਸ ਮਨੋਰਥ ਨਾਲ ਭੇਜੀਆਂ ਨੇ ਵੀ ਜਿਹੜੇ ਲੋਕ ਦਿੱਲੀ ਜਾ ਰਹੇ ਨੇ, ਚਾਹੇ ਉਹ ਕਿਸੇ ਜਥੇਬੰਦੀ ਦੇ ਵੀ ਨੇ, ਉਹਨਾਂ ਖਾਤਰ ਚਾਹ ਦਾ ਲੰਗਰ, ਪਾਣੀ, ਰੋਟੀ, ਉਹਦੀ ਖਾਤਰ ਲੰਗਰ ਰਸਤੇ 'ਚ ਲਾਏ ਜਾਣ। ਉਹ 40 ਟਰਾਲੀਆਂ ਅਸੀਂ ਕੱਲ੍ਹ ਰਵਾਨਾ ਕਰਤੀਆਂ, ਜਿਹੜੀਆਂ ਕਿ ਕੱਲ੍ਹ ਹਰਿਆਣੇ ਦੀ ਸਰਕਾਰ ਨੇ ਖਨੌਰੀ ਦੀ हद ਤੇ ਉਹ ਬਾਰਡਰ ਤੇ रोक ली। उन्होंने कहा कि मोदी सरकार के कृषि कानूनों को वापस कराने के लिए लामबंद हुए किसानों का संघर्ष समय के साथ बहुत बड़ा हो गया है और ऐसा पहली बार है कि इस संघर्ष में हर वर्ग ने अपना सहयोग दिया है। अब जीत के लिए आगे बढ़ता हुआ पंजाब एक रास्ते पर चल रहा है, वहीं अब ये संघर्ष एक लोक लहर भी बन गया है। इस बीच उन्होंने कहा कि मौजूदा किसान संघर्ष को रास्ते से उतारने की चालों से भी इनकार नहीं किया जा सकता, इसलिए समूह किसानों और खासकर नौजवान किसान संघर्ष से लोगों का ध्यान भटकाने के लिए की जाने वाली चालों से सचेत रहें और विशाल एकता के साथ ऐसी सब चालों को फेल करें। ਜਾਨੀ ਇਸ ਘੋਲ ਨੂੰ ਪਿੰਡਾਂ ਦੇ ਲੋਕਾਂ ਨੇ, ਇਕੱਲੇ ਕਿਸਾਨਾਂ ਮਜ਼ਦੂਰਾਂ ਨੇ ਨਹੀਂ, ਜਾਨੀ ਸ਼ਹਿਰਾਂ ਦੇ ਛੋਟੇ ਕਾਰੋਬਾਰੀਆਂ ਨੇ, ਪਰਚੂਨ ਖੇਤਰ ਵਾਲਿਆਂ ਨੇ, ਆੜ੍ਹਤੀਆਂ ਨੇ, ਸੈਲਰ ਮਾਲਕਾਂ ਨੇ, ਟਰੱਕ ਯੂਨੀਅਨ ਦੇ ਡਰਾਈਵਰਾਂ ਨੇ, ਆਪਰੇਟਰਾਂ ਨੇ, ਮਜ਼ਦੂਰਾਂ ਨੇ ਤੇ ਸਾਰੇ ਮੁਲਾਜ਼ਮ ਜਥੇਬੰਦੀਆਂ ਨੇ ਤੇ ਕੁੱਲ ਪੋਲੀਟੀਕਲ ਪਾਰਟੀਆਂ ਨੇ, ਇਕੱਲੀ ਬੀਜੇਪੀ ਨੂੰ ਛੱਡ ਕੇ
ਗੀਤਕਾਰਾਂ ਨੇ, ਸਾਹਿਤਕਾਰਾਂ ਨੇ, ਲੇਖਕਾਂ ਨੇ ਜਿੱਡਾ ਵੱਡਾ ਸਹਿਯੋਗ ਦਿੱਤਾ ਹੈ। ਮੀਡੀਆ ਦਾ ਮੈਂ ਪਹਿਲਾਂ ਜ਼ਿਕਰ ਕਰਕੇ ਗਿਆ, ਯਾਨੀ ਸ਼ਲਾਘਾਯੋਗ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਸ ਆਰਡੀਨੈਂਸ ਦੇ ਖਿਲਾਫ ਸਾਰਾ ਪੰਜਾਬ ਇੱਕ ਰਸਤੇ ਲੰਘਿਆ ਹੈ, ਇੱਕ ਮੁੱਠ ਤੇ ਇਕਜੁੱਟ ਸੀਖ ਪਰ ਖੜਾ ਹੋਇਆ, ਜਾਨੀ ਐਂ ਕਿਹਾ ਜਾ ਸਕਦਾ। ਤੇ ਇਹ ਬਹੁਤ ਹੀ ਮੇਰੀ ਆਪਦੀ ਜ਼ਿੰਦਗੀ ਦੇ ਤਜਰਬੇ 'ਚ, ਮੈਂ 38 ਸਾਲਾਂ ਤੋਂ ਲਗਭਗ ਇਸ ਲਹਿਰ ਦੇ ਵਿੱਚ ਕੰਮ ਕਰਦਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਹਿਲਾ ਮੌਕਾ ਦੇਖਿਆ ਹੈ ਕਿ ਐਡਾ ਵੱਡਾ ਘੋਲ ਤੇ ਇੰਨਾ ਲੰਮਾ ਲਗਾਤਾਰ ਘੋਲ ਚੱਲੇ ਤੇ ਉਹਦੇ ਵਿੱਚ ਜਾਬਤਾ, ਲਾ ਮਿਸਾਲ ਜਾਬਤਾ, ਕੋਈ ਹਿੰਸਕ ਕਾਰਵਾਈ ਨਹੀਂ, ਕੋਈ ਭੰਨ ਤੋੜ ਨਹੀਂ, ਕੋਈ ਸ਼ੋਰ ਨਹੀਂ, ਕੋਈ ਬਦਅਮਨੀ ਨਹੀਂ। ਜਿੱਥੇ ਕਿ ਸੈਂਕੜਿਆਂ ਦੀ ਗਿਣਤੀ 'ਚ ਹੁੰਦੀਆਂ ਨੇ, ਇੱਥੇ 10-10 ਹਜ਼ਾਰ ਦੀ ਗਿਣਤੀ 'ਚ ਔਰਤਾਂ ਦੇ ਕਾਫਲੇ ਇਕੱਠੇ ਹੋਏ ਨੇ ਇਕੱਠਾਂ 'ਚ। ਜਾਨੀ ਕਦੇ ਵੀ ਕਿਸੇ ਨੂੰ ਇਹ ਗੱਲ ਕਹਿਣੀ ਨਹੀਂ ਪਈ। ਜਾਨੀ ਇਹ ਜਾਬਤਾ ਤੇ ਡਿਸਪਲਿਨ ਤੇ ਇਹ ਇਕਜੁੱਟਤਾ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਮਸ਼ਹੂਰ ਤੇ ਕਿਸੇ ਐਨ ਮਤਲਬ ਉਸ ਜਗ੍ਹਾ 'ਤੇ, ਉਸ ਮੋੜ ਦੇ ਉੱਤੇ ਇੱਕ ਇਤਿਹਾਸ ਸਿਰਜਣ ਵਾਲੀ ਗੱਲ ਹੈ ਕਿ ਇੱਕ ਲੋਕ ਲਹਿਰ ਪੰਜਾਬ ਦੇ ਵਿੱਚ 2020 ਦੇ ਵਿੱਚ ਉਸਰੀ, ਜਿਹਦੇ ਵਿੱਚ ਆਹ ਕੁਝ ਹੋਇਆ। ਇਹ ਸਾਡੇ ਬੱਚਿਆਂ ਨੇ, ਅਸੀਂ ਨਹੀਂ ਰਹਿਣਾ, ਸਾਡੇ ਬੱਚਿਆਂ ਨੇ ਤੇ ਤੁਸੀਂ ਨੇ ਆਪਦੀਆਂ ਆਉਂਦੀਆਂ ਉਮਰਾਂ ਦੇ ਵਿੱਚ ਇਹੋ ਜਿਹਾ ਇਤਿਹਾਸ देखना है गहाँ इसका जिक्र कर। अन्य किसान संगठनों से अलग चलने के सवाल पर उन्होंने कहा कि साझे संघर्षों में कभी भी बहुमति से फैसले नहीं होते। साझे संघर्षों में हम भी रहे हैं, वहाँ सर्वसम्मति से फैसले होते हैं। बहुमत से फैसले केवल एक संगठन में ही होते हैं। वहीं यूनियन के सीनियर उप प्रधान झंडा सिंह जेठुके ने कहा कि हमारी यूनियन किसी दूसरी यूनियन के बारे में कुछ भी नहीं कहना चाहती। भाई थोड़े सवाल का जवाब यह है कि पहली गल तो सांझे संघर्ष का जिहड़ा बहुत संमति नाल फैसला करना है, ये फैसला करना ही गलत है। सांझे संघर्षां दे विच कदे भी बहुत संमति नाल फैसले नहीं हुंदे। सांझे संघर्षां दे विच असीं रहे हां, सर्वसम्मति नाल फैसले हुंदे ने। जे फर्ज कर लो सांझे संघर्ष दे विच असीं सख्त सी, ਸਾਡੇ ਜੋ 3 ਜਥੇਬੰਦੀਆਂ ਨਾ ਸਹਿਮਤ ਹੁੰਦੀਆਂ ਤਾਂ ਉਹਨਾਂ ਨੂੰ ਅਪੀਲ ਕਰਦੇ ਅਸੀਂ ਵੀ ਤੁਸੀਂ ਮੁੜ ਵਿਚਾਰੋ। ਉਹ ਆਪਦਾ ਨੋਟ ਲਿਖਾ ਕੇ ਸਹਿਮਤ ਹੋ ਜਾਣ। ਜਿਹੜੇ ਸਾਂਝੇ ਸੰਘਰਸ਼ਾਂ ਦਾ ਇਹ ਪਰਿਭਾਸ਼ਾ ਹੀ ਵਿਗੜ ਗਈ ਕਿ ਬਹੁਮਤ ਨਾਲ ਫੈਸਲੇ ਇਕੱਲੀ ਜਥੇਬੰਦੀ 'ਚ ਹੁੰਦੇ ਨੇ। ਜਥੇਬੰਦੀਆਂ ਦੇ ਵਿੱਚ ਸਾਂਝੇ ਸੰਘਰਸ਼ ਦੇ ਵਿੱਚ ਬਹੁਤ ਸਹਿਮਤੀ ਨਾਲ ਫੈਸਲੇ ਨਹੀਂ ਹੁੰਦੇ, ਸਰਬਸੰਮਤੀ ਨਾਲ ਫੈਸਲੇ ਹੋਣੇ ਚਾਹੀਦੇ ਨੇ। ਪਹਿਲਾਂ ਤਾਂ ਸਾਡਾ ਰੌਲਾ ਹੀ ਇੱਥੇ ਹੈ कि वो सर्वसम्मति नाल फैसले करते हैं, असीं बहुत सम्मति नाल फैसले करते हैं, असीं सर्वसम्मति का फैसला मंगते हैं। ऐ तो साडे बहुत रौले निकल आउणगे। ये गल कोई मन्नण नूं तैयार नहीं। दूजी गल जो ठीक है गल, ये गल वो 30 जथेबंदियां कहंदे ने भी तुसीं भाई बादल ना जाओ, तां साडीआं भावनावां किधर गईआं? सानूं रैत क्यों, साडे ते पंजाली क्यों, साडे ते जूड़ क्यों पाया? असीं कहने भी सड़कां रोकणीआं चाहीदिआं ने, असीं कहने भी रेलां रोकणीआं चाहीदिआं, बीजेपी दे आगू रोकणे चाहीदे ने। ਅਸੀਂ ਕਹਿੰਦੇ ਵੀ ਸਖਤ ਐਕਸ਼ਨ ਤੋਂ ਬਗੈਰ ਨਿਬੜਦਾ ਨਹੀਂ। ਫਿਰ ਇਹ ਝੂਠ ਸਾਡੇ ਤੇ ਕਿਉਂ? ਸਾਡੀਆਂ ਭਾਵਨਾਵਾਂ ਕਿੱਧਰ ਗਈਆਂ? 30 ਜਥੇਬੰਦੀਆਂ ਨਾਲ ਸਾਡੀਆਂ ਭਾਵਨਾਵਾਂ ਨੂੰ ਕਤਲ ਕਰ ਦਿੱਤਾ ਜਾਵੇ। ਕਿਸੇ ਇੱਕ ਦੀ ਭਾਵਨਾ ਅਸੀਂ ਇੱਕ ਗੱਲ ਅਸੀਂ 30 ਨੂੰ ਇਹ ਨਹੀਂ ਕਹਿੰਦੇ ਵੀ 30 ਜਥੇਬੰਦੀਆਂ ਸਾਡੇ ਕੋਈ ਵਿਰੋਧੀ ਨੇ, ਇਹ ਗੱਲ ਨਹੀਂ ਹੈ। ਵੈਸੇ ਚਲੋ ਇਹ ਗੱਲ ਹੈ, ਵੈਸੇ ਅਸੂਲਾਂ ਮੁਤਾਬਕ ਕਰਦੇ ਹੈ। ਜਿਹੜਾ ਅੰਦੋਲਨ ਹੈ ਇਹ ਮਤਲਬ ਟੂਲ ਪਲਾਜ਼ਾ ਹੋ ਰਿਹਾ, ਕਾਰਪੋਰੇਟ ਘਰਾਣਿਆਂ ਦੇ ਵੱਲ ਸਿਰਤ ਕਰਨਾ ਚਾਹੀਦਾ ਹੈ। ਅਗਰਾਹ ਸਾਹਿਬ ਮਾੜਾ ਸੁਣੋ ਜੀ, ਮਾੜਾ ਜਾ ਉਹਨਾਂ ਸਾਥੀਆਂ ਦਾ ਸੀ ਵੀ ਨਹੀਂ, ਉਹਨਾਂ ਦਾ ਦਿੱਲੀ ਜਾਣ ਦਾ ਸੀ ਸਾਰਿਆਂ ਦਾ। ਉੱਥੇ ਬਹਿਸ ਹੋਣ ਤੋਂ ਬਾਅਦ ਇਸ ਗੱਲ ਤੇ ਆਏ ਵੀ ਅਸੀਂ ਇੱਕ ਤੋਂ ਲੈ ਕੇ ਲਗਾਤਾਰ ਜਿਹੜੀਆਂ ਰੇਲਾਂ ਰੁਕਣੀਆਂ, ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਦੇ ਮਤੇ ਪਾਉਣੇ ਹੈ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ 12 'ਚ ਜਾਣਾ। ਅਸੀਂ ਦੂਜੀਆਂ ਗੱਲਾਂ ਨਾਲ ਤਾਂ ਸਹਿਮਤ ਸੀਗੇ, ਰੇਲ ਰੋਕਣ ਨਾਲ ਨਹੀਂ ਸੀ ਸਹਿਮਤ। ਅਸੀਂ ਉਹਦੇ ਵੀ ਅੱਡਾ ਉਹਦਾ ਐਲਾਨ ਵੀ ਅਸੀਂ ਐਲਾਨੀਆ ਕੀਤਾ, ਉਹਨਾਂ ਨਾਲ ਮਤਲਬ ਤਾਲਮੇਲਮਾ ਕਰਨ ਦੇ ਲਈ ਅਸੀਂ 13 ਤੱਕ ਰੇਲ ਦੀਆਂ ਲੀਹਾਂ ਤੇ ਬੈਠੇ ਹਾਂ। ਹਾਲਾਂਕਿ ਸੱਦਾ 30 ਦਾ ਸੀਗਾ, ਉਹਨੂੰ ਅਸੀਂ ਲਾਗੂ ਕੀਤਾ, ਬਲ ਬਖਸ਼ਿਆ, ਤੇ ਜਿੱਦੇ ਅਸੀਂ 13 ਨੂੰ ਉੱਠੇ ਉਹਦੇ ਸਾਨੂੰ ਭਗੌੜੇ ਕਹਿਣ ਲੱਗ ਗਏ। ਅਸੀਂ ਨਹੀਂ ਕਿਸੇ ਜਥੇਬੰਦੀ ਬਾਰੇ ਬੋਲਦੇ, ਸਾਡੇ ਕੋਲ ਕੋਈ ਜੋ ਮਰਜ਼ੀ ਬੋਲੀ ਜਾਂਦਾ।
केंद्र किया फिर से 3 दिसंबर के बुलावे पर उन्होंने कहा कि केंद्र की मोदी सरकार गर्दन पर गोड्डा रखकर अगर किसानों से बात करती है तो ऐसा करने से कोई सार्थक हल नहीं निकलेगा। जानते हैं आगे उन्होंने क्या कहा। ये किस किस्म का सदा भाई एजुकेशन होने जा रहा है 26 ਤੇ 27 सदा आ रहा है 3 दिसंबर। ये नीत भला की नीत है, ये नीति की है? सरकार दे कर्मचारी ਜਿਹੜੇ ਮੋਦੀ ਸਾਹਿਬ ਦੇ ਸਲਾਹਕਾਰ ਨੇ ਉਹਨੂੰ ਸਲਾਹ ਕਹੀ ਦੇ ਵੀ ਇਹਦਾ ਮਤਲਬ ਇਹ ਵੀ ਪਹਿਲਾਂ ਇਹਨਾਂ ਦੇ ਖੰਭ ਜੋਖੋ ਵੀ ਕਿੰਨੇ ਨੇ, ਪਰ ਜੋਖੋ ਇਹਨਾਂ ਦੀ ਤਾਕਤ ਹੈਗੀ ਇਹਨਾਂ ਦੇ ਮਗਰ। ਨਾਲ ਸਰਦਾਰ ਹੈ, ਨਾਲ ਹਰਿਆਣੇ ਨੇ ਚੱਕ ਕੇ ਕਿਸਾਨ ਜੇਲ੍ਹਾਂ ਚ ਸੁੱਟੇ, ਹਰਿਆਣੇ ਦੀ ਹੱਦ ਤੇ ਨਾਕੇ ਮਾਰਤੇ, ਦਿੱਲੀ ਚ ਪਾਬੰਦੀ ਲਾਤੀ, ਉਧਰ ਸਰਦਾਰ ਹੈ। यानी ये दोगली जी नीति है जी। पहला भी मैं तुहानू जिक्र किया सी, साडी मेरी इंटरव्यू दे विच तुसीं देखिया होना भी गर्दन ते गोडा रख के जे सरकार गल करदी है तां ये पॉजिटिव सिੱਟੇ नहीं करदी। इस गल नाल कि गिरफ्तारियां भी करो, दिल्ली च भी नहीं होण देना, इकट्ठ भी नहीं होण देना ते गलबात दा भी सद्दा करना। इहदा मतलब नक रगड़ के आओ, नक रगड़ के आओ, दरवाजा भीड़ा सिर झुका के आ जाओ, पग ला के आ जाओ। नहीं असं तो सोचांगे ये इरादा नहीं। पंजाब के किसान एक तरफ जहां हर हालत में दिल्ली कूच की तैयारी में लगे हैं, वहीं हरियाणा सरकार किसानों को हरियाणा में ही प्रवेश न करने देने के लिए नाकेबंदी कर रही है। ऐसी स्थितियों में सवाल खड़ा होता है कि आखिर किसान किस तरह 26 नवंबर को दिल्ली पहुंच पाएंगे। राष्ट्रीय खबर से ललिता जामवाल की रिपोर्ट।